हे प्राणनाथ गोबिंद है, कृपा निधान जगद गुरो। हे संसार ताप हरण है, करुणामय सब दुख हरो। हे शरण जोग दयाल है, दीनानाथ मया करो। शरीर स्वस्थ खीण सुमय, सिमरंत नानक राम दामोदर माधव है। तू सुल्तान कहाँ हो मिया, तेरी कमन वडाई। जो तू देहे सो कहा स्वामी, मैं मूर्ख कहन ना जाई। चवर छतर तख्त दे मालक साहिब श्री गुरु ग्रंथ साहिब जी तिन्हां दी पवित्र गोद विच विराजमान गुरु स्वरूप गुरु प्यारी खालसा साध संगत जी, धन धन श्री गुरु गोबिंद सिंह साहिब सच्चे पातशाह जी दी फतेह बुलंद करिए। वाहिगुरु जी का खालसा, वाहिगुरु जी की फतेह। 8वें गुरु नानक बाला प्रीतम बजुर्गी दियां दातां वंडन वाले धन धन श्री गुरु हरकृष्ण सच्चे पातशाह जी दे दर उत्ते आप समूह संगतां नित इकत्र हो के तुरकी बाणी दा कीर्तन लड़ीवार कथा सरवण करदे हो। आप जी दे दरम्यान जिवें सिंह साहिब जी ने जिक्र कर दिता है, अमृत दियां जो 5 बाणियां ने, जो नितनेम है खालसा पंथ दा, इउं समझ लो बच्चे दी पैदाइश लई कुख अत जरूरी है। मां दी कुख तो बिना बच्चे दी उत्पत्ति नहीं। लख कोई दाड़ा केस रख लवे, दस्तारां बन लवे, 5 बाणियां खंडे बाटे दा अमृत, ये मां दी कुख है। इहदे चों पैदा होण वाला सिख बनदा है, सिंह बनदा है। ते जेड़े 5 बाणियां तो मुनकर हो जाण, मतलब ये निकलदा है, अर्थ ये निकलदा भी जम्मण वाली मां दी कुख तो ही मुनकर ने, फिर ते जम्मे ही नहीं, सिख ही नहीं बने। ऐसे लोग जो पंथ विच शंका उत्पन्न करते ने और समय दी मंग नूं समझदियां दिल्ली गुरुद्वारा प्रबंधक कमेटी अते धर्म प्रचार कमेटी का यह उपराला है भी जो साडी 1699 तो लैके पुरातन मर्यादा नितनेम दी है, अमृत दी जो चली आ रही है,
ਉਸ ਵਿੱਚ ਸ਼ਾਮਲ ਬਾਣੀਆਂ ਦੀ ਵਿਆਖਿਆ ਸੰਗਤਾਂ ਤੱਕ ਪਹੁੰਚਾਈ ਜਾ ਸਕੇ। ਇਸੇ ਹੀ ਲੜੀ ਦੇ ਤਹਿਤ ਆਪਾਂ ਚੌਪਈ ਸਾਹਿਬ ਦੀ ਵਿਆਖਿਆ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆਰੰਭ ਕਰਨੀ ਹੈ। ਦਸਮ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਵਿੱਚ 405 ਜਿਹੜੇ ਚਰਿੱਤਰ ਲਿਖੇ ਨੇ, ਉਹਨਾਂ ਦੇ ਅਖੀਰ ਵਿੱਚ ਇਹ ਬਾਣੀ ਹੈ। ਔਰ ਕਈ ਵਾਰ ਜਦੋਂ ਇਸ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਇਹਦੀਆਂ ਪੰਕਤੀਆਂ ਵੱਲ, ਰਚਨਾ ਵੱਲ ਧਿਆਨ ਦਿਓ। ਹਰ ਪਹਿਰੇ ਦੇ ਵਿੱਚ 4-4 ਪੰਕਤੀਆਂ ਨੇ, 4-4 ਪਦ ਨੇ। ਇਹ ਚਤੁਸ਼ਪਦੀ ਕਵਿਤਾ ਹੈ ਜਿਸ ਨੂੰ ਆਪਾਂ ਚੌਪਈ ਦੇ ਨਾਂ ਨਾਲ ਸੰਬੋਧਿਤ ਕਰਦੇ ਹਾਂ। 4 ਪੰਕਤੀਆਂ ਵਾਲੇ ਇਹ ਛੰਦ ਨੇ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਦਾਹਰਨਾਂ ਮਿਲਦੀਆਂ ਨੇ। ਜਦੋਂ ਜਪਜੀ ਸਾਹਿਬ ਪੜ੍ਹਦੇ ਜੇ ਨਾ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। 4 ਪੰਕਤੀਆਂ, ਇਹ ਵੀ ਚੌਪਈ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸ਼੍ਰੀ ਦਸਮ ਗ੍ਰੰਥ ਵਿੱਚ ਹੋਰ ਵੀ ਕਈ ਥਾਈਂ ਚਤੁਸ਼ਪਦੀ ਕਵਿਤਾ ਵਰਤੀ ਹੈ। ਅਕਾਲ ਉਸਤਤ ਪੜ੍ਹ ਲਓ। ਮਹਾਰਾਜ ਫਰਮਾਉਂਦੇ ਨੇ, ਜਾਤ ਪਾਤ ਜਿਹੇ ਚਿਹਨ ਨਾ ਬਰਨਾ। ਇਉਂ ਅਕਾਲ ਉਸਤਤ ਦੇ ਵਿੱਚ ਵੀ ਸੱਚੇ ਪਾਤਸ਼ਾਹ ਨੇ 4 ਪਦਾਂ ਵਾਲੀਆਂ ਚਤੁਸ਼ਪਦੀ ਕਵਿਤਾਵਾਂ ਲਿਖੀਆਂ ਨੇ। ਇਹ ਸਨਾਤਨ ਇਤਿਹਾਸ ਦੀਆਂ ਗੱਲਾਂ ਨੇ। ਇਸ ਬਾਣੀ ਦਾ ਨਾਮ ਚੌਪਈ ਤਾਂ ਹੈ ਕਿਉਂਕਿ ਇਹਦੇ ਪਦ 4-4 ਨੇ। ਔਰ ਇਹ ਜਿਹੜਾ 405ਵਾਂ ਚਰਿੱਤਰ ਆਰੰਭ ਹੁੰਦਾ ਹੈ, 404 ਤੇ ਉਹ ਸਾਖੀਆਂ ਨੇ, ਕਹਾਣੀਆਂ ਨੇ ਸਮਾਜ ਨੂੰ ਸੇਧ ਲਈ ਜੋ ਚਰਿੱਤਰਾਂ ਵਿੱਚ ਲਿਖੀਆਂ ਨੇ। ਕਿਵੇਂ ਕਾਮ ਦੀ ਵਾਸ਼ਨਾ ਵਿੱਚ ਇਸਤਰੀ ਅਤੇ ਪੁਰਸ਼ ਗਲਤਾਨ ਹੋ ਕੇ ਕਾਮ ਦੀ ਨਦੀ ਵਿੱਚ ਡੁੱਬ ਕੇ ਲਾਹਨਤਾਂ ਖੱਟਦੇ ਨੇ। ਔਰ ਮੇਰਾ ਖਾਲਸਾ ਇਸ ਕਾਮ ਦੀ ਨਦੀ ਤੋਂ ਬਚ ਸਕੇ, ਇਸ ਲਈ ਉਹ ਚਰਿੱਤਰ ਉਚਾਰੇ ਨੇ। ਔਰ ਅਖੀਰ ਤੇ ਇਹ ਚਰਿੱਤਰ ਹੈ। ਸਤਜੁਗ ਦਾ ਸਮਾਂ ਹੈ। ਰਾਜਾ ਸਤਿ ਸੰਧ ਅਤੇ ਧੀਰਗ ਦਾੜ, ਇਹਨਾਂ ਵਿੱਚ ਬੜਾ ਭਿਅੰਕਰ ਯੁੱਧ ਹੋਇਆ ਹੈ। ਇਸ ਭਿਅੰਕਰ ਯੁੱਧ ਦੇ ਵਿੱਚ ਜਦੋਂ ਤਲਵਾਰਾਂ ਖੜਕੀਆਂ ਨੇ ਤੇ ਦਸਮ ਪਾਤਸ਼ਾਹ ਨੇ ਇਸ ਸਾਖੀ ਨੂੰ ਸਿੱਖਾਂ ਦੇ ਲਈ ਵੇਖੋ ਕਿਵੇਂ ਕਲਮਬੱਧ ਕਰਕੇ ਵਰਤਿਆ ਹੈ। ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਵਾਪਰਿਆ ਜਾਂ ਨਹੀਂ। ਇਸ ਪੁਰਾਤਨ ਸਨਾਤਨ ਸਾਖੀ ਚੋਂ ਇੱਕ ਸਾਰ ਨਿਕਲਦਾ ਹੈ ਵੀ ਪ੍ਰਮਾਤਮਾ ਨੇ ਕਿਵੇਂ ਦੁੱਲਾ ਦੇਵੀ ਦੀ ਰੱਖਿਆ ਕੀਤੀ ਹੈ। ਇਸ ਤਰ੍ਹਾਂ ਸਿੱਖਾ ਤੂੰ ਤੜਕੇ ਉੱਠ ਕੇ ਖਸਮ ਦਾ ਤਰਲਾ ਲਿਆ ਕਰ, ਤੇਰੀ ਰੱਖਿਆ ਕਰੇ। ਉਹ ਦੋਵਾਂ ਦਾ ਭਿਅੰਕਰ ਯੁੱਧ ਹੋਇਆ ਹੈ। ਸ਼ਸਤਰਾਂ ਦੀ ਅਗਨੀ ਤੋਂ ਇੱਕ ਇਸਤਰੀ ਪ੍ਰਗਟ ਹੋਈ ਹੈ, ਨਾਮ ਹੈ ਦੁੱਲਾ ਦੇਵੀ। ਬੜਾ ਤੇਜ ਪ੍ਰਤਾਪ ਹੈ, ਬੜਾ ਰੂਪ ਰੰਗ ਹੈ, ਪਰ ਕੋਈ ਵਰ ਨਹੀਂ ਪਸੰਦ ਆਇਆ। ਉਸ ਇਸਤਰੀ ਨੂੰ ਕੋਈ ਮਰਦ ਨਹੀਂ ਪਸੰਦ ਆਉਂਦਾ। ਇੱਕ ਦਿਨ ਬੰਦਗੀ ਕੀਤੀ, ਚੌਂਕੜਾ ਮਾਰ ਲਿਆ, ਲੰਮੀਆਂ ਸਮਾਧੀਆਂ ਵਿੱਚ ਡੁੱਬ ਗਈ ਤੇ ਕਹਿੰਦੇ ਦੁਰਗਾ ਪ੍ਰਗਟ ਹੋਈ। ਤੇ ਦੁਰਗਾ ਤੋਂ ਜੋਗ ਵਰ ਮੰਗਿਆ ਤੇ ਦੁਰਗਾ ਨੇ ਸਹਿ ਸੁਭਾ ਇੱਕ ਬਚਨ ਕੀਤਾ ਵੀ ਤੈਨੂੰ ਕਾਲ ਵਰੇਗਾ।
ਤੈਨੂੰ ਖੁਦ ਮਹਾਕਾਲ ਖੁਦ ਪਰਮਾਤਮਾ ਵਰੇਗਾ। ਵਾਰ ਹੋ ਗਿਆ, ਬਖਸ਼ਿਸ਼ ਹੋ ਗਈ, ਪਰਮਾਤਮਾ ਨੂੰ ਯਾਦ ਕੀਤਾ ਤੇ ਉਹ ਪਰਮਾਤਮਾ ਉਹ ਕਾਲ ਪ੍ਰਗਟ ਹੋਇਆ। ਉਹਨੇ ਦੁਲਹਾ ਦੇਵੀ ਅੱਗੇ ਇੱਕ ਸ਼ਰਤ ਰੱਖ ਦਿੱਤੀ, ਸਵਾਸ ਵੀਰਿਆ ਦਾਨਵ ਹੈ ਨਾ, ਬੜਾ ਭਿਅੰਕਰ ਹੈ, ਬੜਾ ਪਾਪ ਕਰਦਾ, ਜੇ ਉਹਦਾ ਵੱਧ ਕਰੇਂਗੀ ਤੇ ਤੇਰੇ ਨਾਲ ਮੈਂ ਵਿਆਹ ਕਰਾਂਗਾ, ਤੈਨੂੰ ਆਪਣੀ ਪਟਰਾਣੀ ਬਣਾਵਾਂਗਾ। ਇਹ ਉਸ ਪਰਮਾਤਮਾ ਨੇ, ਉਸ ਕਾਲ ਨੇ ਬਚਨ ਕਰ ਦਿੱਤਾ ਹੈ। ਉਹ ਜਿਹੜੀ ਦੁਲਹਾ ਦੇਵੀ ਸੀ ਜੰਗ ਦੇ ਮੈਦਾਨ ਅੰਦਰ ਨਿਤਰੀ ਹੈ, ਸਵਾਸ ਵੀਰਿਆ ਦੇ ਨਾਲ ਬੜਾ ਭਿਅੰਕਰ ਯੁੱਧ ਹੋਇਆ ਹੈ। ਸੈਂਕੜਿਆਂ ਲੱਖਾਂ ਦੀ ਸੈਨਾ ਹੈ। ਜੰਗ ਕਰਦੀ ਕਰਦੀ ਥੱਕ ਗਈ, ਮਹਿਸੂਸ ਹੋਇਆ ਵੀ ਜੰਗ ਜਿੱਤ ਨਹੀਂ ਸਕਾਂਗੀ। ਰੱਬ ਕਦੋਂ ਮਿਲਦਾ ਹੈ? ਜਦੋਂ ਗੋਡਿਆਂ ਤੇ ਡਿੱਗ ਪਓ। ਰੱਬ ਕਦੋਂ ਮਿਲਦਾ? ਜਦੋਂ ਤਰਲਾ ਕਰਨਾ ਆ ਜਾਵੇ। ਜੇ ਕਿਣਕਾ ਵੀ ਮਨ ਵਿੱਚ ਇਹ ਅਹਿਸਾਸ ਹੈ ਨਾ ਵੀ ਮੈਂ ਕੁਝ ਕਰ ਸਕਦਾ, ਤੇ ਮਤ ਜਾਣੀ ਗੁਰੂ ਹਰਕ੍ਰਿਸ਼ਨ ਸਾਹਿਬ ਦਰਸ਼ਨ ਦੇਣਗੇ, ਪੱਲਾ ਫੜਨਗੇ, ਬਾਂਹ ਫੜਨਗੇ। ਜਿੰਨਾ ਚਿਰ ਡਿੱਗਦਾ ਨਹੀਂ, ਗਿੜਗਿੜਾਉਂਦਾ ਨਹੀਂ, ਨਿਜ ਬਲ ਨੂੰ ਨਹੀਂ ਤਿਆਗਦਾ, ਅਹੰਕਾਰ ਨੂੰ ਨਹੀਂ ਤਿਆਗਦਾ। ਦੁੱਲਾ ਦੇਵੀ ਨੂੰ ਮਾਣ ਸੀ ਵੀ ਸਵਾਸ ਵੀਰੇ ਦਾ ਵੱਧ ਕਰਾਂਗੀ, ਗੱਲ ਨਹੀਂ ਬਣੀ, ਥੱਕ ਗਈ, ਟੁੱਟ ਗਈ, ਖਸਮ ਚੇਤੇ ਆ ਗਿਆ। ਦ੍ਰੋਪਦੀ ਨੂੰ ਬੜਾ ਮਾਣ ਸੀ ਭੀਮ ਦੀ ਬਾਹੂ ਬਲ ਉੱਤੇ, ਬੜਾ ਮਾਣ ਸੀ ਆਪਣੇ 5 ਪਤੀਆਂ ਉੱਤੇ ਵੀ ਬੜੇ ਸੂਰਮੇ ਨੇ, ਬੜੇ ਦੁਰੰਦਰ ਨੇ। ਜਦੋਂ ਸਭਾ ਦੇ ਵਿੱਚ ਬੇਪਤ ਹੋਣ ਲੱਗੀ, ਵੇਖਿਆ ਵੀ ਇਹਨਾਂ ਦੇ ਹੱਥ ਵੱਸ ਨਹੀਂ, ਫਿਰ ਕ੍ਰਿਸ਼ਨ ਚੇਤੇ ਆ ਗਿਆ। ਰੱਖਿਆ ਹੋਈ ਉਹਨਾਂ ਦਾ ਇਸ਼ਟ ਦੇਵ ਹੈ, ਉਹਨਾਂ ਨੂੰ ਮੁਬਾਰਕ ਹੈ। ਪਰਮਾਤਮਾ ਨੇ ਪ੍ਰਗਟ ਹੋ ਕੇ ਬਹੁਤ ਮਹਾਨ ਭਿਅੰਕਰ ਸਵਾਸ ਵੀਰੇ ਦੇ ਨਾਲ ਯੁੱਧ ਕੀਤਾ, ਜਿਵੇਂ ਸਾਡੇ ਕਲਗੀਧਰ ਬਾਪੂ ਔਰੰਗਜ਼ੇਬ ਨਾਲ ਕਰਦੇ ਰਹੇ ਨੇ। ਪਹਿਲੇ ਦਿਨ ਤੋਂ ਹੀ ਸੰਤ ਦੀ ਸਾਕਤ ਨਾਲ ਟੱਕਰ ਰਹੀ ਹੈ, ਬਾਬਿਆਂ ਦੀ ਬਾਬਰ ਨਾਲ ਟੱਕਰ ਰਹੀ ਹੈ। ਵੱਧ ਹੋਇਆ ਔਰ ਉਥੋਂ ਇਹ 405ਵਾਂ ਚਰਿੱਤਰ ਫਿਰ ਆਰੰਭ ਹੁੰਦਾ ਹੈ। ਸਾਹਿਬ ਸੱਚੇ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਇਹ ਫਰਮਾਨ ਕਰਦੇ ਨੇ। 405ਵਾਂ ਇਹ ਚਰਿੱਤਰ ਹੈ, ਧਿਆਨ ਨਾਲ ਸੁਣਨਾ ਕਰੋ, ਫਿਰ ਬੇਨਤੀ ਚੌਪਈ ਅੱਗੇ ਆਰੰਭ ਹੋਵੇਗੀ। ਬਹੁਰ ਅਸਰ ਕਾ ਕੱਟ ਸੁਮਾਥਾ। ਉਸ ਜੰਗ ਦੇ ਮੈਦਾਨ ਅੰਦਰ ਸ੍ਰੀ ਅਸਕੇਤ ਜਗਤ ਕੇ ਨਾਥਾ। ਅੱਗੇ ਪੜ੍ਹਦਿਆਂ ਪੜ੍ਹਦਿਆਂ ਪੰਕਤੀਆਂ ਆਉਂਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਈ ਨਿਤਨੇਮੀ ਸਿੰਘ ਵੱਧ ਤੋਂ ਵੱਧ ਨਿਤਨੇਮ ਵਿੱਚ ਦੋਹਰੇ ਜੋੜ ਕੇ, ਗੁਰੂ ਕੀ ਬਾਣੀ ਜੋੜ ਕੇ ਪੜ੍ਹਦੇ ਨੇ। ਕਹਿੰਦੇ ਨੇ, ਪੁਨਰਾ ਸ਼ਸਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਪਹੁ ਪੁਨ ਬ੍ਰਿਸ਼ਟ ਗਗਨ ਤੇ ਭਈ, ਸਭਿਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹਾ ਗਰੀਬ ਨਿਵਾਜਾ। ਸਵਾਸ ਵੀਰੇ ਦਾ ਜਦੋਂ ਸਿਰ ਵੱਢ ਦਿੱਤਾ, ਜੈ ਜੈਕਾਰ ਹੋਈ, ਫੁੱਲ ਬਰਸੇ ਵੀ ਤੂੰ ਗਰੀਬਾਂ ਦੀ ਬਾਂਹ ਫੜਨ ਵਾਲਾ ਹੈ ਤੇ ਦੁਸ਼ਟਾਂ ਨੂੰ ਦੰਡ ਦੇਣ ਵਾਲਾ ਹੈ। जयकार कियो धर्मियों का, पापी को दंड दियोए। ये सुभाव है तेरा, ਜਿਹੜਾ ਤਰਲਾ ਲਵੇ ਬਾਂਹ ਉਹਦੀ ਫੜਦਾ, ਜਿਹੜਾ ਗੋਡਿਆਂ ਤੇ ਡਿੱਗ ਪਵੇ ਬੇਨਤੀ ਚੌਪਈ ਉਹਦੀ ਸੁਣਦਾ ਹੈ। ਜਦੋਂ ਦੁੱਲਾ ਦੇਵੀ ਦੀ ਰੱਖਿਆ ਕੀਤੀ ਹੈ, ਇਹ ਸਾਖੀ ਲਿਖਦਿਆਂ ਲਿਖਦਿਆਂ ਕਲਗੀਧਰ ਕਿਸੇ ਰੌਂ ਵਿੱਚ ਆ ਕੇ ਫਿਰ ਇਹ ਉਪਦੇਸ਼ ਫਰਮਾਉਂਦੇ ਨੇ। ਦੀਨ ਦੁਨੀਆ ਦੇ ਵਾਲੀ ਫਿਰ ਇਹ ਗੱਲ ਕਰਦੇ ਨੇ
श्री मुखवाक पातशाही दसवीं। एक ओंकार श्री वाहिगुरु जी की फतेह। सदा खसम दी फतेह फरमाउण वाले कलगीधर भंगाणी दा युद्ध जितदे ने। ये नहीं कहंदे मेरी जित है, ते जे कोई आखे तुहाडी जित है, कहंदे फिर मेरी ताकत नाल नहीं हुई। भई जीत मेरी कृपा काल केरी, खसम नहीं जिताया। मैं 14 जंगां जितियां ने, उहदे अगे बेनती करदा, वो ही जिताउंदा है। महाराज अपने पवित्र मुखार बिंद तो इस बाणी की आरंभता करते ने। श्री मुखवाक, वो जेड़ा मुख जिथों सदा ही भले दे बोल निकलते ने, जिथों सदा ही परमात्मा की आवाज़ गूंजदी है। जैसी मैं आवे खसम की बाणी, खसम की बाणी गूंजदी है। और इत्थे पातशाही दसवीं तां फरमाया, गुरां ने पहले 9 पातशाहियां दी कदे रीस नहीं कीती, नरमाई विच रहे ने। वो लिखते ने ना, आसा महला पहला, आसा महला दूजा, सोरठ महला पंजवां। इत्थे पातशाही दसवीं है। गुरां ने कदे भी वड्डियां दी रीस नहीं कीती, नरमाई विच रहे। जोत ही है पर निमरता बड़ी है। भावें बच्चा पिता नालों 10 गुणा समाज विच अगांह वध जावे, पर प्यो अगे अहंकार नहीं कर सकता। प्यो दा अदब, पिता दा अदब, भावें के लहू होई है। महाराज सदा निरमाई विच रहिंदे ने। और समझाउण लई ये साखी वरतते अखीर के कहंदे, सिखा ध्यान दे, सदा उस परमात्मा नूं याद कर। भंबौर साहब जिथे अजकल गुरुद्वारा स्थापित है, इत्थे उन्हें कलम चुकी है। इत्थे दीन दुनिया दे वाली फिर ये बेनती करते ने, एक ओंकार सतगुर प्रसाद सदा सत, गुरु नानक दी कृपा नाल मिलण वाला एक वो अकाल रूप, जिहदे हथ विच सबना दी रोजी रोटी है, कार है। गुरां दी कृपा नाल वो प्राप्त हुंदा है, ओदी सदा जित है। अपने मुखार बिंद त्यों इयों आरंभता करते ने, कबियो बाच बेनती चौपई, हमरी करो हाथ दै रक्षा। महाराज कहंदे, सिखा वेख, जीवन विच कोई अड़चन आ जावे, जीवन विच कोई विघन पै जावे, 2 प्रकार दे दुश्मन ने। एक ते विकार ने, काम क्रोध लोभ मोह हंकार। इन्हां तो बचना बड़ा औखा। बड़े बड़े देवते बाहां खड़ियां कर गए। दुनियावी संसार विच विचरदा है ते बेनती करया कर परमात्मा अगे, गुरु नानक अगे, भी जिद्दां दूल्हा देवी दी प्रतख दुश्मना तो रखिया कीती है, इदां दुश्मना तो रख, ते 5 वकारां तो, जो अंतरीव दुश्मन ने, उन्हां तो भी रखिया कर। इस बाणी दे विच दुष्टां नूं संघारन दी गल भी कीती है। ते शंकावादी ये सवाल कर दिंदे ने भी गुरु ग्रंथ साहिब ते प्रेम दा उपदेश दिंदे ने। और एक गल बड़ी प्रचलित है भी वो सरबत दा भला भी मंगते ने। इहदे ते दुश्मनां नूं मारन दी गल कीती है। अगे कहंदे ने ना, हमरे दुष्ट सब है तुम घाव हो, मार दुश्मनां नूं, छेती मार।
ਇਹ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਧਿਆਨ ਨਾਲ ਨਹੀਂ ਪੜਿਆ। ਕਹਿੰਦੇ ਜੀ ਦਸਮ ਗ੍ਰੰਥ ਵਿੱਚ ਸਮਾਜ ਦੀ ਗੱਲ ਹੈ, ਝਗੜਿਆਂ ਦੀ ਗੱਲ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਦੇਵ, ਉਹਨਾਂ ਨੂੰ ਧਿਆਨ ਨਾਲ ਪੜ੍ਹਿਓ, ਗੱਲ ਉਹਦੇ ਵਿੱਚ ਵੀ ਮੌਜੂਦ ਹੈ। ਉਹਦੇ ਵਿੱਚ ਵੀ ਰੱਖਿਆ ਦੀ ਗੱਲ ਹੋਈ ਹੈ। ਉਹਦੇ ਵਿੱਚ ਵੀ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਪੜ੍ਹਿਓ। ਕਿਸੇ ਨੇ ਖਬਰ ਦਿੱਤੀ, ਬਾਬਾ ਜੀ ਸੁਲਹੀ ਖਾਂ ਚੜ੍ਹ ਕੇ ਆ ਗਿਆ ਹੈ। ਬ੍ਰਿਤਵੀਏ ਦੇ ਕਹੇ ਅਨੁਸਾਰ ਸੁਲਹੀ ਚੜ੍ਹ ਕੇ ਆਇਆ ਹੈ ਤੇ ਕਹਿੰਦਾ ਸੁਣਿਆ ਹੈ ਵੀ ਗੁਰੂ ਅਰਜਨ ਸਾਹਿਬ ਦਾ ਸੀਸ ਲੈ ਜਾਵਾਂਗਾ, ਕਲਮ ਕਰ ਦੇਵਾਂਗਾ, ਵੱਢ ਕੇ ਲੈ ਜਾਵਾਂਗਾ। ਤੇ ਕਿਸੇ ਤਰ੍ਹਾਂ ਆਪਾਂ ਆਪਣਾ ਬਚਾਅ ਕਰ ਲਈਏ। ਮਹਾਰਾਜ ਕਹਿੰਦੇ ਵੀ ਸਿੱਖੋ ਫਿਰ ਦੱਸੋ ਕਿਵੇਂ ਬਚਾਅ ਹੋਵੇ। ਇੱਕ ਕਹਿੰਦਾ ਜੀ ਕੋਈ ਚਿੱਠੀ ਪੱਥਰ ਹੀ ਲਿਖੀਏ, ਸੁਲਾ ਦੀ ਗੱਲ ਲਿਖ ਕੇ ਘੱਲੀਏ, ਉਹਨੂੰ ਕੁਝ ਸਮਝਾਇਆ ਜਾਵੇ, ਕਿਉਂ ਪ੍ਰਿਥਵੀ ਦੇ ਪਿੱਛੇ ਲੱਗਿਆ ਫਿਰਦਾ ਹੈ, ਕਿਉਂ ਗੁਰੂ ਘਰ ਦਾ ਦੋਖੀ ਬਣਿਆ ਫਿਰਦਾ। ਦੂਸਰਾ ਉਪਾਅ ਸਿੱਖਾਂ ਨੇ ਦੱਸਿਆ ਜੀ, ਜੇ ਚਿੱਠੀ ਨਹੀਂ ਘੱਲਣੀ, 4 ਬੰਦੇ ਘੱਲ ਲਈਏ, ਰਾਜੀਨਾਮਾ ਹੋ ਜਾਵੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਸੁਣਦੇ ਗਏ ਤੇ ਤੀਜਾ ਸਿੱਖ ਕਹਿੰਦਾ ਜੀ ਨਿਰਾ ਮਾਲਾ ਨਾਲ ਗੱਲ ਨਹੀਂ ਬਣਦੀ, 4 ਡਾਂਗਾਂ ਇਕੱਠੀਆਂ ਕਰੀਏ, ਜਦੋਂ ਚੜ੍ਹ ਕੇ ਆਵੇਗਾ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਤੇ ਮਹਾਰਾਜ ਕਹਿੰਦੇ ਸਿੱਖੋ ਉਪਾਅ ਤੇ ਤਿੰਨੇ ਠੀਕ ਨੇ, ਪਰ ਦੇਰੀ ਹੋ ਗਈ ਹੈ, ਨਾ ਚਿੱਠੀ ਚੱਲੇਗੀ। ਵੇਖੋ ਜਦੋਂ ਚਿੱਠੀ ਚੱਲਦੀ ਹੈ ਫਿਰ ਜ਼ਫਰਨਾਮਾ ਜਾਂਦਾ ਹੈ, ਜਦੋਂ ਤਲਵਾਰ ਚੱਲਦੀ ਹੈ ਫਿਰ ਕਲਗੀਧਰ ਬਾਪੂ ਕਹਿੰਦੇ ਨੇ ਬਾਲਾ ਚਾਰਗੀ ਦਰਮਿਆ ਆਮਦਮ, ਬਾ ਤਦਬੀਰ ਤੀਰੋ ਕਮਾ ਆਮਦਮ। ਉਦੋਂ ਤਲਵਾਰ ਹੀ ਚੱਲੇਗੀ। ਜਦੋਂ 4 ਬੰਦੇ ਪਾਉਣੇ ਹੋਣ ਉਦੋਂ ਨਿਆਂ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਸਮਾਂ ਲੰਘ ਗਿਆ ਹੈ, ਚੜ੍ਹ ਕੇ ਆ ਗਿਆ ਹੈ, ਪ੍ਰਿਥਵੀ ਦੇ ਕੋਲ ਮੌਜੂਦ ਹੈ, ਆਪਣੇ ਕਾਰੋਬਾਰ ਵਿਖਾਉਂਦਾ ਫਿਰਦਾ ਸੀ। ਪ੍ਰਿਥਵੀ ਆ ਤੈਨੂੰ ਸਰੋਵਰ ਵਿਖਾਵਾਂ, ਆ ਤੈਨੂੰ ਮਹਿਲ ਵਿਖਾਵਾਂ, ਆ ਤੈਨੂੰ ਕਾਰੋਬਾਰ, ਮੈਂ ਪੱਠਾ ਵੀ ਲਾਇਆ ਹੈ, ਇੱਟਾਂ ਵੀ ਪਕਾਉਣਾ ਹੈ, ਆ ਤੈਨੂੰ ਵਿਖਾਵਾਂ। ਸਿੱਖਾਂ ਕਿਹਾ ਜੀ ਫਿਰ ਕੀ ਹੋਣਾ ਚਾਹੀਦਾ। ਵੇਖੋ ਦੁਨੀਆ ਦੇ ਉੱਤੇ 2 ਪ੍ਰਕਾਰ ਦੀ ਤਾਕਤ ਹੈ, ਬਲ ਹੈ। ਇੱਕ ਤੇ ਹੈ ਨਿਜ, ਬਾਹੂ ਬਲ ਤੇ ਭਰੋਸਾ, ਨਿਜ ਬਲ, ਖੁਦ ਦੀ ਤਾਕਤ। ਦੂਸਰਾ ਹੈ ਪ੍ਰਮਾਤਮ ਬਲ, ਰੱਬ ਦੀ ਤਾਕਤ, ਖਸਮ ਦੀ ਤਾਕਤ, ਖਸਮ ਦੀ ਸ਼ਕਤੀ। ਆਪਾਂ ਕਹਿ ਦਿੰਨੇ ਨਾ ਜੀ ਗੁਰੂ ਦੀ ਕਿਰਪਾ ਹੋਈ ਤੇ ਆ ਕਾਰਜ ਹੋਇਆ, ਅਸੀਂ ਤੇ ਹਾਰ ਮੰਨ ਲਈ ਸੀ। 2 ਬਲ ਨੇ, ਸਿੱਖ ਨੇ ਦੋਵਾਂ ਦਾ ਸੁਮੇਲ ਰੱਖਣਾ ਹੈ। ਉਸ ਪਰਮਾਤਮ ਤਾਕਤ ਅੱਗੇ, ਸ਼ਕਤੀ ਅੱਗੇ ਰੋਜ਼ ਤਰਲਾ ਲੈਣਾ ਵੀ ਬਲ ਬਖਸ਼, ਕਿਰਪਾ ਕਰ, ਨਿਜ ਬਲ ਦੇ। 10 ਲੱਖ ਦਾ ਘੇਰਾ ਕਲਗੀਧਰ ਨੇ ਸ਼ਸਤਰ ਨਹੀਂ ਰੱਖਿਆ ਵੀ ਕੇਵਲ ਪਰਮਾਤਮ ਬਲ ਮੇਰੀ ਸਹਾਇਤਾ ਕਰੇ, ਨਹੀਂ। ਸਿਰ ਝੁਕਾ ਕੇ ਤੰਬੂ ਵਿੱਚ ਬੈਠੇ ਨੇ। ਅੱਲਾ ਯਾਰ ਖਾਂ ਕਹਿੰਦੇ ਨੇ, ਪਰਮਾਤਮਾ ਨਾਲ ਗੱਲਾਂ ਕਰਦੇ ਨੇ ਵੀ ਹੁਣ ਤੂੰ ਕਿਰਪਾ ਕਰ, ਤੇਰੀ ਕਿਰਪਾ ਦੇ ਨਾਲ ਇਹ ਜੰਗ ਫਤਿਹ ਹੋਵੇਗੀ, ਤੇਰੀ ਕਿਰਪਾ ਨਾਲ ਲੱਖਾਂ ਦਾ ਸਾਹਮਣਾ ਹੋ ਸਕਦਾ। ਇਹ ਨਹੀਂ ਆਖਿਆ ਤਲਵਾਰ ਰੱਖ ਦਵਾਂ ਤੇ ਤੂੰ ਹਿਫਾਜ਼ਤ ਕਰੀ, ਨਹੀਂ। ਕਹਿੰਦੇ ਇਸ ਚੰਡੀ ਨੂੰ, ਇਸ ਤਲਵਾਰ ਨੂੰ ਬਲ ਬਖਸ਼ੀ, ਸਿਰ ਤੇ ਹੱਥ ਰੱਖੀ, ਕਿਉਂਕਿ ਜਿਨ੍ਹਾਂ ਦੇ ਸਿਰ ਤੇ ਤੇਰਾ ਹੱਥ ਹੈ ਉਹਨਾਂ ਦੀ ਮਾਤ ਨਹੀਂ ਹੋਈ। ਪਿਛਲੇ ਸਮੇਂ ਤੁਸੀਂ ਜ਼ਫਰਨਾਮੇ ਵਿੱਚ ਸੁਣਿਆ ਸੀ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਉਹ ਐਸ਼ ਅਰਸ਼। ਕੱਖ ਵੀ ਪੱਲੇ ਨਾ ਆਵੇ, ਪਰਮਾਤਮਾ ਤਖਤ ਬਖਸ਼ ਦਿੰਦਾ ਹੈ। ਪਰ ਵੇਖ
निज बल ना हारी। आस रखी। दूसरा है परमात्म बल ते कहंदे निज बल दा समा नहीं रहा। गुरु अर्जन साहब कहंदे सिखो आउण दो सुली नूं। ਜਿਹੜੀ ਇਸਤਰੀ ਦੇ ਸਿਰ ਦਾ ਖਸਮ ਮੌਜੂਦ ਹੋਵੇ ਨਾ, ਉਹਦਾ ਵਾਲ ਵਿੰਗਾ ਨਹੀਂ ਹੁੰਦਾ। ਸਾਡੇ ਸਿਰ ਦਾ ਖਸਮ ਹੈ ਗੁਰੂ ਨਾਨਕ। ਆਉਣ ਦਿਓ ਸੁਲੀ ਨੂੰ। ਸੁਲੀ ਦਾ ਵਾਲੀ ਤੇ ਆ ਇਸ ਲੋਕ ਦਾ ਖਸਮ ਜਹਾਂਗੀਰ। ਜਿਹੜਾ ਸਾਡੇ ਸਿਰ ਦਾ ਖਸਮ ਹੈ ਲੋਕ ਤੇ ਪਰਲੋਕ ਦਾ ਉਹ ਵਾਲੀ ਹੈ। ਤੇ ਲੋਕ ਵਾਲੇ ਨੂੰ ਪਰਲੋਕ ਵਾਲੇ ਦੀ ਤਾਕਤ ਜ਼ਿਆਦਾ ਹੀ ਹੁੰਦੀ ਹੈ। ਲੋਕ ਵਾਲੇ ਦੀ ਤੇ ਕੋਈ ਹੱਦ ਹੈ ਨਾ ਵੀ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਇੱਥੋਂ ਤੱਕ ਚੱਲੇਗੀ। ਪਰ ਲੋਕ ਵਾਲਾ ਤੇ ਕੁੱਲ ਕਾਇਨਾਤ ਵਿੱਚ ਚਲਾ ਸਕਦਾ ਹੈ। ਉਹਦੀ ਡਾਂਗ ਸਾਰੀ ਦੁਨੀਆ ਵਿੱਚ ਕਾਇਮ ਹੈ। ਇੱਥੇ ਫਿਰ ਗੱਲ ਆ ਗਈ ਪਰਮਾਤਮ ਬਲ ਦੀ। ਇੱਕ ਸਹਿ ਸੁਭਾਅ ਬਚਨ ਕੀਤਾ ਸੀ। ਇੱਥੇ ਵੀ ਇਹੀ ਆਖਿਆ ਨਾ, ਹਮਰੀ ਕਰੋ ਹਾਦੈ ਰਸ਼ਾ। ਹੇ ਪਰਮਾਤਮਾ ਮਦਦ ਕਰ, ਕਿਰਪਾ ਕਰ। ਉੱਥੇ ਵੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਇੱਥੇ ਕਰਾਮਾਤ ਵੀ ਵਰਤੀ ਜੇ। ਮੈਂ ਥੋੜਾ ਜਿਹਾ ਇਧਰ ਨੂੰ ਧਿਆਨ ਦਵਾ ਦਵਾਂ। ਔਰ ਅਖੀਰਲੀ ਪੰਕਤੀ ਵਿੱਚ ਸਿੱਧ ਹੋਵੇਗਾ ਵੀ ਇਹ ਬਚਨ ਪਹਿਲਾਂ ਹੋਇਆ। ਕਰਾਮਾਤ ਪਹਿਲਾਂ ਵਾਪਰੀ ਹੈ, ਪਹਿਲਾਂ ਮੁਖਾਰ ਤੋਂ ਨਿਕਲਿਆ ਬਚਨ ਹੈ। ਕਹਿੰਦੇ ਸਿੱਖੋ ਸੁਲਹੀ ਆ ਰਿਹਾ, ਸੁਲਹੀ ਤੇ ਨਾਰਾਇਣ ਰਾਖ। ਮੇਰੀ ਰੱਖਿਆ ਸੁਲਹੀ ਤੋਂ ਨਾਰਾਇਣ ਕਰੇਗਾ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਉਹ ਜਿਹੜਾ ਹੱਥ ਮੇਰੇ ਗਿਰੇਬਾਨ ਤੱਕ ਪਹੁੰਚਣਾ ਚਾਹੁੰਦਾ, ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਪਹੁੰਚੇਗਾ। ਨਾਪਾਕ ਹੋ ਕੇ ਖਤਮ ਹੋਵੇਗਾ, ਅਪਵਿੱਤਰ ਹੋ ਕੇ ਉਹਦੀ ਮੌਤ ਹੋਵੇਗੀ। ਬਚਨ ਹੋ ਗਿਆ ਤੇ ਸਿੱਖਾਂ ਆਖਿਆ ਜੀ ਕਿੱਦਾਂ ਮਰੇਗਾ? ਇਹ ਵੀ ਦੱਸਿਆ ਜੇ ਨਾਲ ਕਿੱਦਾਂ ਮਰੇਗਾ। ਕਹਿੰਦੇ ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ। ਧਿਆਇਆ ਕਰ ਗੁਰੂ ਹਰਿ ਕ੍ਰਿਸ਼ਨ ਨੂੰ, ਵੇਖ ਉਹਦੇ ਬਚਨਾਂ ਦੀ ਤਾਕਤ, ਵੇਖ ਗੁਰੂ ਅਰਜਨ ਦੀ ਪਹੁੰਚ। ਸਿੱਖ ਕਹਿੰਦੇ ਜੀ ਨਾ ਸਾਡੇ ਕੋਲ ਡਾਂਗ, ਨਾ ਕੋਈ ਸੋਟਾ, ਨਾ ਕੋਈ ਤਲਵਾਰ, ਨਾ ਕੋਈ ਚਿੱਠੀ ਘੱਲੀ ਹੈ, ਨਾ ਕੋਈ ਨਿਆਂ ਹੋਇਆ ਹੈ, ਨਾ 4 ਬੰਦੇ ਪਾਏ ਨੇ, ਤੇ ਸ਼ਸਤਰ ਤੋਂ ਬਿਨਾਂ ਸਿਰ ਕਿਵੇਂ ਵੱਢਿਆ ਜਾਵੇਗਾ? ਕਹਿੰਦੇ ਕਾੜ ਕੁਠਾਰ ਖਸਮ ਸਿਰ ਕਾਟਿਆ, ਮੇਰੇ ਖਸਮ ਦੀ ਕਟਾਰ। ਕਾਲ ਦੀ ਕਟਾਰ, ਕਾਲ ਦੀ ਤਲਵਾਰ ਤੋਂ ਬੰਦਾ ਨਹੀਂ ਬਚ ਸਕਦਾ। ਇੱਕ ਦੂਜੇ ਦੀ ਮਾਰ ਤੋਂ ਤੇ ਬਚਿਆ ਜਾ ਸਕਦਾ ਹੈ। ਦੁਨੀਆ ਨੂੰ ਜਿੱਤਣ ਵਾਲੇ ਸਿਕੰਦਰ ਦੇ ਸਿਰ ਤੇ ਵੀ ਜਿਸ ਦਿਨ ਚੱਲੀ ਹੈ, ਲੱਖਾਂ ਸਿਪਾਹੀ ਵੀ ਮਦਦ ਨਹੀਂ ਕਰ ਸਕੇ। ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ। ਜਿਹੜਾ ਸਾਨੂੰ ਮਿੱਟੀ ਵਿੱਚ ਮਿਲਾਉਣ ਲਈ ਆ ਰਿਹਾ ਹੈ, ਸਿੱਖੋ ਤੱਕੋਗੇ ਖਿਣ ਦੇ ਵਿੱਚ ਮਿੱਟੀ ਵਿੱਚ ਮਿਲ ਜਾਵੇਗਾ, ਸੁਆਹ ਬਣ ਜਾਵੇਗੀ। ਉਧਰ ਸੁਲੀ ਨੂੰ ਨਾਲ ਲੈ ਕੇ ਕਾਰੋਬਾਰ ਵਿਖਾਉਂਦਾ ਫਿਰਦਾ ਹੈ। ਸਾਡਾ ਵੀ ਸੁਭਾਅ ਨਾ, ਸਾਡੀਆਂ ਇੰਨੀਆਂ ਏਜੰਸੀਆਂ, ਸਾਡੇ ਇੰਨੇ ਸਕੂਲ ਨੇ, ਸਾਡੀ ਇੰਨੀ ਪਹੁੰਚ ਹੈ, ਸਾਡਾ ਇੰਨਾ ਬਲ ਹੈ। ਇਹ ਵੀ ਵਿਖਾਉਂਦਾ ਹੈ ਵੀ ਜਾਇਦਾਦ ਵਿਖਾਵਾਂ, ਕੋਈ ਅਦਬੀ ਵੱਧ ਜਾਵੇ, ਤਕੜਿਆਂ ਨਾਲ ਤਕੜਿਆਂ ਦੀ ਯਾਰੀ ਹੈ। ਜਹਾਂਗੀਰ ਦੇ ਦਰਬਾਰ ਵਿੱਚ ਅਦਬ ਵਧੇਗਾ, ਤਕੜਾ ਬੰਦਾ ਹੈ। ਉਹ ਕਰਦਾ ਕਰਦਾ ਸੁਲਹੀ ਨੂੰ ਭੱਠਾ ਵਿਖਾਉਣ ਲੱਗਾ। ਬਾਦਸ਼ਾਹ ਬੰਦਾ ਸੀ, ਇਹ ਕੀ ਜਾਣੇ ਵੀ ਭੱਠੇ ਦੇ ਉੱਤੇ, ਹਾਵੇ ਦੇ ਉੱਤੇ ਕਦੇ ਘੋੜਾ ਲੈ ਕੇ ਨਹੀਂ ਚੜੀਦਾ। ਹੁਣ ਜੇ ਤੇ ਕੋਈ ਪੇਂਡੂ ਹੁੰਦਾ ਇਹ ਗੱਲ ਸਮਝ ਜਾਂਦਾ ਵੀ ਜੇ ਭੱਠਾ ਵੇਖਣਾ, ਹਵਾ ਵੇਖਣਾ, ਤੇ ਪੈਦਲ ਚੱਲ ਕੇ ਚੜ ਜਾਈਏ। ਥੱਲੇ ਭੱਠੀਆਂ ਬਲਦੀਆਂ ਨੇ, ਕੱਚੀ ਛੱਤ ਹੈ, 4 ਇੱਟਾਂ ਪੱਕਦੀਆਂ ਨੇ। ਅਹੰਕਾਰ ਵਿੱਚ ਚੂਰ ਬੰਦਾ ਕਟਾਰ ਕੱਢੀ ਹੈ, ਕਹਿੰਦਾ ਗੁਰੂ ਅਰਜਨ ਸਾਹਿਬ ਦਾ ਸਿਰ ਵੱਢ ਕੇ ਲਿਆਉਣਾ ਹੈ।
ਪ੍ਰਿਥਵੀਆ ਕਹਿੰਦਾ ਵੀ ਚੱਲ ਕੋਈ ਨਹੀਂ ਵੱਢ ਲਿਆਉਣੇ ਆ, ਪਹਿਲਾਂ ਭੱਠਾ ਵੇਖ ਲੈ, ਇੱਟ ਚੰਗੀ ਪੱਕਦੀ ਹੈ। ਕਟਾਰ ਹੱਥ ਵਿੱਚ ਹੈ, ਹਜ਼ਾਰਾਂ ਦੀ ਤਾਦਾਦ ਵਿੱਚ ਨਾਲ ਸਿਪਾਹੀ ਨੇ, ਉਹ ਖਲੋ ਗਏ ਤੇ ਇਹ ਘੋੜੇ ਸਣੇ ਆਵੇ ਤੇ ਭੱਠੇ ਤੇ ਚੜ ਗਿਆ। ਹੁਣ ਘੋੜੇ ਦਾ ਭਾਰ ਬੜਾ ਹੈ, ਪੌੜਾਂ ਦੇ ਨਾਲ ਇੱਟਾਂ ਖਿਸਕੀਆਂ, ਭੱਠੀ ਦੇ ਵਿੱਚ ਡਿੱਗ ਪਿਆ। ਉਹ ਜਿਹੜੀ ਕਟਾਰ ਸੀ ਹੱਥ ਵਿੱਚ, ਉਹ ਸਿਰ ਤੇ ਵੱਜੀ ਹੈ, ਆਪਦੀ ਕਟਾਰ ਨਾਲ ਸਿਰ ਲੈ ਗਿਆ, ਘੋੜੇ ਥੱਲੇ ਆਇਆ, ਖਿੰਡ ਦੇ ਵਿੱਚ ਸੜ ਕੇ ਸਵਾਹ ਹੋ ਗਿਆ। ਤੇ ਸਿੱਖਾ ਨਾਪਾਕ ਹੋ ਕੇ ਕਿਉਂ ਮਰਿਆ ਹੈ? ਸਵਾਲ ਉੱਠਿਆ ਵੀ ਗੁਰੂ ਤੇ ਕਹਿੰਦਾ ਸੀ ਕਾੜ ਕੁਠਾਰ ਖਸਮ ਸਿਰ ਕਾਟਿਆ। ਇਹ ਤੇ ਠੀਕ ਹੈ ਵੀ ਖਸਮ ਦੀ ਕਟਾਰ ਚੱਲ ਗਈ ਹੈ, ਜਿਹੜੀ ਗੁਰੂ ਅਰਜਨ ਤੇ ਚਲਾਉਣੀ ਸੀ ਆਪਣੇ ਤੇ ਚੱਲ ਗਈ ਹੈ। ਤੇ ਨਾਪਾਕ ਹੋ ਕੇ ਕਿਵੇਂ ਮਰਿਆ? ਮੁਸਲਮਾਨ ਵੀਰ ਜਿਹੜੇ ਨੇ ਉਹ ਕਦੇ ਵੀ ਤਨ ਨੂੰ ਅੱਗ ਨਹੀਂ ਲਾਉਂਦੇ, ਕਹਿੰਦੇ ਅਪਵਿੱਤਰ ਹੋ ਜਾਂਦਾ ਹੈ, ਕਬਰ 'ਚ ਦੱਬ ਦਿੰਦੇ ਨੇ। ਜਿਹੜੇ ਬੰਦੇ ਦਾ ਅਦਬ ਸਤਿਕਾਰ ਅੰਤ ਨੂੰ ਕਿਸੇ ਕਬਰ ਵਿੱਚ ਫੁੱਲ ਵਾਰ ਕੇ ਹੋਣਾ ਸੀ, ਅੱਜ ਭੱਠੇ ਦੀ ਅੱਗ ਵਿੱਚ ਸੜ ਕੇ ਸਵਾਹ ਹੋਇਆ। ਤੇ ਕਿਸੇ ਨੇ ਦੌੜ ਕੇ ਖਬਰ ਦਿੱਤੀ ਵੀ ਬਾਪੂ ਤੇਰਾ ਖਸਮ ਵਾਕਿਆ ਹੀ ਤਾਕਤਵਰ ਹੈ। ਜਿਹਦੇ ਅੱਗੇ ਬੇਨਤੀ ਕਰਦਾ ਹੈ ਨਾ ਰੋਜ਼ ਹਮਰੀ ਕਰੋ ਹਾਥ ਦੇ, ਰੱਛਾ ਵਾਕਿਆ ਹੀ ਬਲੀ ਹੈ। ਤੂੰ ਆਖਿਆ ਸੀ ਸੁਲਹੀ ਤੇ ਨਾਰਾਇਣ ਰਾਖ, ਵਾਕਿਆ ਹੀ ਤੇਰੀ ਰੱਖਿਆ ਹੋਈ ਹੈ, ਨਾਪਾਕ ਹੋ ਕੇ ਮਰਿਆ ਹੈ। ਤੇ ਮਹਾਰਾਜ ਇਹ ਮਰਿਆ ਕਿਉਂ ਹੈ? ਜਿਹੜੇ ਅੱਜ ਗੁਰੂ ਘਰ ਦਾ ਵਿਰੋਧ ਕਰਦੇ ਨੇ, ਪੰਜਾਂ ਬਾਣੀਆਂ ਦਾ ਵਿਰੋਧ ਕਰਦੇ ਨੇ, ਅੰਮ੍ਰਿਤ ਦਾ ਵਿਰੋਧ ਕਰਦੇ ਨੇ, ਧਿਆਨ ਨਾਲ ਇਹ ਪੰਕਤੀ ਸੁਣਨ। ਮੁੰਦਾ ਚਿਤਵਤ, ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ। ਜਿਹੜਾ ਗੁਰੂ ਘਰ ਦੇ ਪ੍ਰਤੀ ਮੰਦੀ ਚਿਤਵਨੀ, ਮਨ ਵਿੱਚ ਮਾੜੇ ਖਿਆਲ ਰੱਖੇਗਾ, ਏਦਾਂ ਹੀ ਧੱਕ ਦਿੱਤਾ ਜਾਵੇਗਾ। ਜਿਨ ਰਚਿਆ ਤਿਨ ਦੀਨਾ ਧਾਕ, ਕਾਲ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ ਹੈ। ਜਿਹੜਾ ਗੁਰੂ ਘਰ ਪ੍ਰਤੀ ਅਸ਼ਰਦਕ ਬਚਨ ਕਰੇਗਾ, ਤਰਕ ਕਰੇਗਾ, ਕਹਿੰਦੇ ਕਾਲ ਇਉਂ ਖਤਮ ਕਰੇਗਾ ਜਿਵੇਂ ਸੁਲਹੀ ਖਤਮ ਕੀਤਾ ਹੈ। ਤੇ ਜਿਹੜੇ ਸੀ ਨਾ ਘੇਰੇ ਘੇਰੇ ਸਿਪਾਹੀ ਵੀ ਬਾਡੀਗਾਰਡ ਰੱਖਿਆ ਕਰਨਗੇ। ਪੁੱਤਰ ਮੀਤ ਤਨ ਕਿਛੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਕ। ਨਾ ਸਾਰ ਨਾ ਸਾਕ ਨਾ ਯਾਰ, ਨਾ ਸਿਪਾਹੀ ਕਿਸੇ ਨੇ ਸਾਰ ਨਹੀਂ ਲਈ, ਕਿਸੇ ਨੇ ਪਿੱਛੇ ਛਾਲ ਨਹੀਂ ਮਾਰੀ ਫੜ ਲਈਏ। ਤੇ ਅਖੀਰ ਤੇ ਇੱਕ ਬਚਨ ਆਖਿਆ। ਕਿਉਂ ਸਨਾਤਨ ਗਿਆਨੀ ਇਹ ਜ਼ਿਕਰ ਕਰਦੇ ਨੇ ਵੀ ਬਚਨ ਪਹਿਲਾਂ ਹੋ ਗਿਆ ਸੀ, ਇਹ ਪਿੱਛੋਂ ਸਿੱਧ ਹੁੰਦਾ ਹੈ। ਸੁਲਹੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲੀ ਹੋਏ ਮੂਆ ਨਾ ਪਾਕ। ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ। ਮੁੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਰਚਣ ਵਾਲੇ ਨੇ ਖਤਮ ਕਰ ਦਿੱਤਾ। ਪੁੱਤਰ ਮੀਤ ਤਨ ਕਿਛੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਕ। ਜਦੋਂ ਗੁਰੂ ਦੀ ਵਿਰੋਧਤਾ ਕਰੇਗਾ, ਕਿਸੇ ਬਾਡੀਗਾਰਡ ਨੇ ਕੰਮ ਨਹੀਂ ਆਉਣਾ। ਜਦੋਂ ਕਾਲ ਨਾਲ ਹੀ ਮੱਥਾ ਲਾ ਲਿਆ, ਕੋਈ ਸਾਗ ਸੰਬੰਧੀ ਰੱਖਿਆ ਨਹੀਂ ਕਰ ਸਕੇਗਾ। ਪੁੱਤਰ ਮੀਤ ਤਨ ਕਿਛੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਕ। ਕਹੋ ਨਾਨਕ ਤਿਸ ਪ੍ਰਭ ਬਲਿਹਾਰੇ, ਜਿਨ ਜਨ ਕਾ ਕੀਨੋ ਪੂਰਨ ਵਾਕ। ਕੀਨੋ ਪੂਰਨ ਵਾਕ, ਮੈਂ ਬਲਿਹਾਰੇ ਜਾਵਾਂ ਗੁਰੂ ਨਾਨਕ ਤੋਂ। ਮੈਂ ਸਹਿ ਸੁਭਾਅ ਬਚਨ ਕੀਤਾ ਸੀ ਵੀ ਕਟਾਰ ਨਾਲ ਵੱਢਿਆ ਜਾਵੇ, ਤੇ ਖਸਮ ਨੇ ਵੱਢ ਕੇ ਸੁੱਟ ਦਿੱਤਾ। ਬਲਿਹਾਰੇ ਜਾਵਾਂ ਐਸੇ ਖਸਮ ਤੋਂ, ਕਹਿੰਦਾ ਇਹ ਪਿੱਛੇ ਨਹੀਂ ਸੀ ਨਾ ਲੱਗਣਾ ਜੇ ਪਹਿਲਾਂ ਬਚਨ ਨਾ ਹੋਇਆ। ਕਹੋ ਨਾਨਕ ਤਿਸ ਪ੍ਰਭ ਬਲਿਹਾਰੇ, ਇਹ ਹੈ ਕਰਾਮਾਤ। ਬਚਨ ਦੇ ਨਾਲ ਹੀ ਤਖਤਾ ਪਲਟ ਦਿੱਤਾ ਹੈ। ਬਲਿਹਾਰੇ ਜਾਵਾਂ ਤੈਥੋਂ, ਜਿਨ ਜਨ ਕਾ, ਆਪਣੇ ਪਿਆਰੇ ਦਾ, ਕੀਨੋ ਪੂਰਨ ਵਾਕ, ਪੂਰਾ ਕਰ ਦਿੱਤਾ ਹੈ ਬਚਨ। ਇਹਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਰੱਖਿਆ ਦੀ ਗੱਲ ਹੋਈ ਹੈ
गुरु ग्रंथ साहिब विच भी दुश्मनां नूं मारन दी गल होई है। होई किन्हां नूं मारन दी है? जिहड़े इंसानियत लई खतरा ने, जिहड़े इंसानियत नूं खत्म करना चाहुंदे ने, जिहड़े सच नूं दबाउणा चाहुंदे ने। ते भला उन्हां दा मंगिया जिहड़े धर्म दे हामी ने। सरबत दा भला तां आखिया जिहड़े सच दे पुजारी ने। भला करी ते किते किरपा करन लगे दुष्टां नूं भी किते मत बख्श दई, किते सोझी आ जावे। पर दुष्ट बंदा वांस वर्गा हुंदा है। गुरु फूक मारदा, बचन करदा, इधरों सुनी इधरों कढ दित्ती, उहदा भला नहीं हुंदा। चंदन कोल रहिंदियां सारे ही चंदन हो गए, वांस आकड़िया रहा। ये गुरु कोल आके भी सफला नहीं हुंदा, क्योंकि हंकार बड़ा है। इस करके परमात्म बल की गल गुरु ग्रंथ साहिब ने भी कीती है। निज बल की गल भी वो आप करते ने। आपन हथी अपना आपे ही काज सवार। आप भी कर निज बल भी वरत, पर वरत उदों उहदे कोलों आग्या लई अरदास करी भी हे परमात्मा बल बख्श, सिर ते हथ रखी, कारज आरंभिया पूर्ति बख्शण वाला है। किते मेरा बल हार ना जावे, खत्म ना हो जावे। ते जदों सिरों पानी लंघ जावे, कलगीधर कहंदे फिर उठ पई अमृत वेले, बह जाई गोडियां उत्ते। शेख सादी नूं किसे ने पुछया सी, साधां दा अदब बड़ा है, साधां दा सत्कार बड़ा है, साधां अगे दुनिया बड़ी झुकदी है ते सूल जी चुभदी है दिल विच, सानूं ते कोई कवाउंदा भी नहीं। तो फिर कह दईदा लै एवें मास अगे डिग्या फिरदा। मास अगे नहीं डिग्या। सादी कहंदा गल होर निकली है। मैं इहनूं वेखिया साध नूं, जे चाहना भी तेरे कदमां उत्ते दुनिया डिग पवे ते शेख सादी कहंदा उठी अमृत वेले, उठी तड़के। ते तड़के जे मूंह नेरे उठ के खसम दे चरनां विच डिग पिया कर, ते कुल कायनात तेरे अगे डिग पवेगी। भाव के वो कहंदा तड़के नमाज पढ़, गुरु कहंदा तड़के नितनेम कर। चम अगे दुनिया नहीं डिगी। वो जिहड़ा कीता होया नितनेम है, बंदगी है, वो चम दे विच गुरु नानक दा नाम जिहड़ा समा गया, दुनिया उत्थे झुक रही है। कलगीधर कहंदे उठ के झुक जाई, दुख आवे विघन सिर ते आ जान, विकार पिछा ना छड्डण, काम क्रोध पिछा ना छड्डे। ते तड़के उठ के फिर नितनेम दी ये चौथी बाणी है। जपजी विच उस दा ब्रह्म ज्ञान है, जाप विच उस दी उस्तत कीती है, त्वा प्रसाद दे विच वैराग है, ते चौपाई दे विच बेनती कीती है। कहंदे फिर उठ के ये बचन पढ़िया कर सिखा। गुरु नूं नहीं लोड़ किसे अगे बेनती करन दी, ये साडे समझाउण खातर। बच्चे नूं जे बोलना सिखाउणा है ते मापे अगे बोलदे ने, सानू सिखाउण खातर। गुरु नूं रखिया दी लोड़ नहीं, गुरु ते खुद परमात्मा है। सिखा तेरे ते अड़चन आ जावे, तेरे घर विच दुख तकलीफां आ जाण, ते पढ़ी फिर हमरी करो हाथ दै रछा। हे परमात्मा दुश्मन खैड़ा नहीं छड्डदे, विकार खैड़ा नहीं छड्डदे, ते सुनिया जिहदे ते हथ रख दिना उहदे ते किरपा हुंदी है, उहनूं विकार नहीं छूंदे। उहदा दुश्मन 10 लाख दे घेरे च भी कख नहीं विगाड़ सकते। पातशाह साडे ते भी हथ रखदे हुण, साडे ते भी किरपा करदे हुण। पर यह तरला उदों लिया जावेगा जदों निज बल दा हंकार टुट जावे, जदों ये हा निकले भी मेरे वस नहीं कुछ रहा होना, मैं नहीं कुछ कर सकता। ऐन सुनिमर बेनती, निर्माणता, गोडियां ते डिग के नरमाई विच आके हंकार छड्ड के तरला लेना है। ते फिर की होएगा?
पूरन होए चित की इच्छा। तेरी इच्छा है ना, तेरी रखिया होवे ते जा कहंदे पूरी होवेगी। जा गुरु नानक गिड़गिड़ाउंदियां दी बांह फड़ लैंदा, डुबदियां नूं सहारा बख्श दिंदा। ते दूसरा इस पंक्ति नूं अगली पंक्ति नाल जोड़ो, पूरन होए चित की इच्छा। की इच्छा है? तव चरणन मन रहे हमारा। सदा तेरे चरनां नाल मेरा मन जुड़िया रवे, कदे भी तेरे चरनां नालों पासे ना होवां। सदा हिरदे विच तेरे चरण वसे रहण, ते कदे भी सिख दा सिर गुरु नानक दे चरनां तो परे ना झुके, होर दर ते ना डिग पवे। भूतां प्रेतां दे दीवे पत्थरां दी पूजा विच ना पै जाई, जिहड़ा इन्हां दी पैदाइश करन वाला है। कृष्ण जी नहीं कहंदे अर्जन नूं, अहंग दी, परमात्मा दी, मेरा निर्गुण स्वरूप है, उहदी बंदगी विच डुੱਬ। आनंद आउंदा, गीता पढ़ के देखिया करो, सारे धर्मां नूं पढ़िया करो। गुरु साहब फरमाउण लगे, तेरे चरनां तो बिना किते ना सिर झुके, सदा तेरे चरनां दी मैनू लगन लगी रवे। गुरु साहब ने अगे फरमाया, अपना जान करो प्रतपारा। पालना किहदी हुंदी है? अपने दी। मावां कदे वेखियां गवांढियां दे बच्चे पालदियां? मतरे नाल वो प्यार, वो खेड़ा पैदा नहीं हुंदा जो अपने नाल है। अपने बनांगे ते पालना करेगा ना। हजे ते दारी बड़े ने, गुरु दे बने ही नहीं। ओदे बनांगे, सके बनांगे, जन बनांगे, फिर ही पालना करेगा ना। हंकार छड्डांगे, निज बल छड्डांगे, फिर ही गुरु कलगीधर कृपा करेगा। कहंदे एक तरला लई, अपना जान करो प्रतपारा। हे परमात्मा, माड़े चंगे तेरे हां, सुरती बिरती दी कोई सियाणप नहीं, कोई साडे विच बाहू बल नहीं। तेरे दर ते आए हां, अपना बना लै, अपना बना के प्रतिपालना कर, अपना बना के वैरियां तो दुष्टां तो बचाउणा कर। अपना बना के की कर? अगे फरमाउंदे ने, हमरे दुष्ट सबै तुम घावहो। साडे सारे दुश्मनां दा खा कर, अंत कर, खुरा खोज मिटा, जो इंसानियत दे कातल ने। महाराज जो नरबख्शी शेर बन के गऊ वर्गी प्रजा नूं मार रहे ने, जो को के जनेऊ ला रहे ने, कलगीधर सच्चे पातशाह कहंदे उन्हां दुश्मनां नूं मार मुका। वो ऐसे दुश्मन ने जिहड़े मुवादी फोड़े वर्गे ने, ते मुवादी फोड़े नूं चीरा देना ही पैंदा है, नहीं ते सारे तन नूं लैके बह जांदा है। इदां दुश्मनां तो साडी रखिया कर। रखिया किवें करनी है? कहंदे ने, आप हाथ दै मोहे बचावो। अपना हथ रख के अपने प्यारियां दी किरपा करे, किरपा दे सहित रखिया कर। किरपालू हो के सानू बचाउणा कर। दुश्मन बड़े ने, घेरे वड्डे ने। कहंदे सिखो, जंग दे मैदान विच घिर जाओ ते ये बेनती करया करो। ते जे जंग दा मैदान नहीं, विकारां दी मार बड़ी है, काम क्रोध दी मार बड़ी है, घर विच बह के चौंकड़ा मार के तड़के उठ के तरला करया करो, काम तो बचाई, क्रोध तो बचा लई, किते लोभ वस हलकी ना जाइए, रखिया करी। गुरु साहब अगे फरमान करते ने, सुखी बसै मोरो परिवारा।
बेनती करी तेरे मर्यादा ते पहरा देण वाले हाँ, सच ते पहरा देण वाले हाँ। हे गुरु नानक परिवार समेत सुख बख्शी, सारियां प्यारियां नूं सज्जणा मित्रां नूं सुख बख्शी। रोज अरदास विच मंगदे जे ना भी सारियां दा भला करी, सच दे रखवालियां दा भला करी, झूठ बोलण वालियां दी, इंसानियत दे दुश्मनां दी जिहड़ी सोझी है ਉਹਨੂੰ ਆਪਣੇ ਅਨੁਕੂਲ ਕਰੀ। ਜੇ ਅਨੁਕੂਲ ਨਹੀਂ ਚੱਲਦੇ ਤੇ ਵੇਖੀ ਤੇਰੀ ਬਣਾਈ ਸੁੰਦਰ ਕਾਇਨਾਤ ਨੂੰ ਦੁੱਖ ਪਹੁੰਚਾਉਂਦੇ ਨੇ, ਫਿਰ ਖਤਮ ਹੀ ਕਰਦੇ ਇਹਨਾਂ ਨੂੰ। ਕਈ ਵਾਰ ਬੰਦਾ ਡੁੱਬਦਾ ਹੋਵੇ ਨਾ ਤੇ ਬਚਾਉਣ ਵਾਲੇ ਨੂੰ ਵੀ ਲੈ ਬਹਿੰਦਾ। ਕੁਝ ਸਮਾਂ ਤੇ ਡੁੱਬਦੇ ਨੂੰ ਬਚਾਓ, ਯਤਨ ਕਰੋ। ਜੇ ਡੁੱਬਣ ਦਾ ਹੀ ਇਰਾਦਾ ਹੈ ਤੇ ਫਿਰ ਵੇਖਿਓ ਕਿਤੇ ਨਾਲ ਨਾ ਡੁੱਬ ਜਾਇਓ। ਗੁਰੂ ਸਾਹਿਬ ਇਹ ਸਮਝਾਉਂਦੇ ਨੇ, ਸੱਚ ਤੇ ਪਹਿਰਾ ਦੇਣ ਵਾਲੇ ਜਿਹੜੇ ਪਰਿਵਾਰ ਨੇ ਸਾਡੇ, ਜਿਹੜੇ ਪਿਆਰੇ ਨੇ, ਸਦਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੀ, ਸੁਖ ਬਖਸ਼ੀ। ਅੱਗੇ ਕਹਿ ਰਹੇ ਨੇ, ਸੇਵਕ ਸਿੱਖ ਸਭਾ ਕਰਤਾਰਾ। ਜੇ ਅੱਗੋਂ ਕੋਈ ਪੁੱਛੇ ਜੀ ਕੌਣ, ਕਹਿੰਦੇ ਮੇਰੇ ਸਿੱਖ, ਮੇਰੇ ਜਿਹੜੇ ਸੇਵਕ ਨੇ, ਜਿਹੜੇ ਧਰਮ ਦੀ ਖਾਤਰ, ਇਨਸਾਨੀਅਤ ਦੀ ਖਾਤਰ, ਵੇਖ ਆਨੰਦਾਂ ਦੀ ਪੁਰੀ ਨੂੰ ਛੱਡ ਕੇ, ਮਲਮਲ ਦੀਆਂ ਸੇਜਾਵਾਂ ਤਿਆਗ ਕੇ, ਮਾਛੀਵਾੜੇ ਦੇ ਕੰਡੇ ਸਹਿੰਦੇ ਹੋਏ, ਸਰਸਾ ਦੀਆਂ ਠੋਕਰਾਂ ਸਹਿੰਦੇ ਹੋਏ, ਕੀਰਤਪੁਰ ਦੀਆਂ ਪਹਾੜੀਆਂ ਨੂੰ ਸਰ ਕਰਦੇ ਹੋਏ, ਨਦੀ ਦੇ ਵਹਾਅ ਦਾ ਮੁਕਾਬਲਾ ਕਰਦੇ ਹੋਏ, ਸੁੱਖ ਸਹੂਲਤਾਂ ਤਿਆਗ ਕੇ ਇਨਸਾਨੀਅਤ ਖਾਤਰ 10 ਲੱਖ ਨਾਲ ਜੂਝ ਰਹੇ ਨੇ। ਇਹਨਾਂ ਨੂੰ ਸੁੱਖ ਦੇ, ਇਹਨਾਂ ਨੂੰ ਸ਼ਹੀਦੀ ਬਖਸ਼, ਇਹਨਾਂ ਨੂੰ ਚਰਨਾਂ ਵਿੱਚ ਵਿਸ਼ਰਾਮ ਬਖਸ਼। ਐਸੇ ਮਹਿਲਾਂ ਵਿੱਚ ਵਾਸਾ ਦੇ ਜਿੱਥੋਂ ਕਦੇ ਕੋਈ ਇਹਨਾਂ ਨੂੰ ਕੱਢ ਨਾ ਸਕੇ। ਅਨੰਦਪੁਰੋਂ ਤੇ ਕੱਢ ਦਿੱਤਾ ਹੈ, ਉੱਥੇ ਵਾਸਾ ਦੇ ਸੱਚਖੰਡ ਜਿੱਥੋਂ ਕੱਢ ਹੀ ਕੋਈ ਨਾ ਸਕੇ। ਹਰ ਪ੍ਰਕਾਰ ਦਾ ਸੁੱਖ ਮੰਗਦੇ ਨੇ ਆਪਣੇ ਪਿਆਰਿਆਂ ਲਈ ਕਰਤਾਰ ਪਾਸੋਂ। ਮਨ ਦਾ ਸਕੂਨ ਮੰਗਦੇ ਨੇ, ਤਨ ਦਾ ਹਰਿਆ ਭਰਿਆ ਹੋਣਾ ਮੰਗਦੇ ਨੇ। ਵੇਖੋ ਮਾਪੇ ਐਸੇ ਦਾਤੇ ਨੇ, ਬੱਚੇ ਦੀ ਹਰ ਮੰਗ ਪੂਰੀ ਕਰਦੇ ਨੇ। ਉਹ ਕਰਤਾਰ ਸਾਡਾ ਮਾਈ ਬਾਪ ਹੈ, ਉਹ ਗੁਰੂ ਨਾਨਕ ਸਾਡਾ ਵਾਲੀ ਹੈ। ਸੁੱਖਾਂ ਦੁੱਖਾਂ ਵਿੱਚ ਸਾਡੀ ਮੰਗ ਉਹਦੇ ਤਾਈਂ ਹੈ। ਮੋਹ ਰਛਾ ਨਿਜ ਕਰਦਾ ਕਰਿਆ, ਸਭ ਬੈਰਨ ਕੋ ਆਜ ਸੰਘਰਿਆ। ਆਖਣ ਲੱਗੇ ਮਹਾਰਾਜ ਨਿਜ ਕਰਦਾ, ਕੋਈ ਐਸੀ ਢਾਲ ਨਹੀਂ ਜਿਹੜੀ ਰੱਖਿਆ ਕਰ ਸਕੇ। ਜਿਸ ਦਿਨ ਦਰਗਾਹੋਂ ਚਿੱਠੀ ਪਾੜ ਗਈ, ਪਰ ਜਿੱਥੇ ਤੂੰ ਹੱਥ ਰੱਖੇ ਨਾ ਉੱਥੇ ਕਾਲ ਵੀ ਕੱਖ ਨਹੀਂ ਕਰੇਗਾ, ਕਿਉਂਕਿ ਤੂੰ ਮਹਾਕਾਲ ਜੂ ਹੋਇਆ, ਤੂੰ ਕਾਲ ਨੂੰ ਬਣਾਉਣ ਵਾਲਾ ਜੂ ਹੋਇਆ। ਵੇਖੋ ਵੈਸੇ ਤੇ ਬਾਣੀ ਦਾ ਫਰਮਾਨ ਹੈ, ਨਾ ਸਾਹ ਵੱਧਦਾ ਨਾ ਘਟਦਾ, ਜਿੰਨੇ ਲਿਖੇ ਨੇ ਉਹੀ ਹੋਵੇਗਾ। ਪਰ ਜੇ ਕਿਤੇ ਗੁਰੂ ਨਾਨਕ ਦਾ ਤਰਲਾ ਰਹੀਏ ਨਾ, ਪ੍ਰਭ ਭਾਵੈ ਬਿਨ ਸਾਸ ਤੇ ਰਾਖੇ, ਸਾਹਾਂ ਤੋਂ ਬਿਨਾਂ ਵੀ ਰੱਖ ਲਈਦਾ ਹੈ। ਮੋਹ ਰਛਾ ਨਿਜ ਕਰਦਾ ਕਰੀਆ, ਹੋਰ ਕਿਸੇ ਪਾਸੋਂ ਆਸ ਨਹੀਂ ਬਚਣ ਦੀ, ਤੂੰ ਆਪ ਰਛਿਆ ਕਰ, ਤੂੰ ਆਪ ਕਿਰਪਾ ਕਰ। ਕਿੰਨਾ ਪਾਸੋਂ? ਸਭ ਬੈਰਨ ਕੋ ਆਜ ਸੰਘਰਿਆ, ਸਾਰਿਆਂ ਵੈਰੀਆਂ ਤੋਂ, ਸਾਰਿਆਂ ਵਕਾਰਾਂ ਤੋਂ, ਸਾਰਿਆਂ ਦੁਸ਼ਮਣਾਂ ਤੋਂ ਮਹਾਰਾਜ ਰੱਖਿਆ ਕਰ। ਸਾਡੇ ਸਾਰਿਆਂ ਦੇ ਆਪੋ ਆਪਣੇ ਦੁਸ਼ਮਣ ਨੇ ਤੇ ਸਾਰੇ ਹੀ ਤਰਲਾ ਲਿਆ ਕਰੀਏ। ਕੋਈ ਵਿਕਾਰਾਂ ਤੋਂ ਡਰਦਾ, ਕੋਈ ਪ੍ਰਤੱਖ ਦੁਸ਼ਮਣਾਂ ਤੋਂ ਡਰਦਾ ਭੱਜਿਆ ਫਿਰਦਾ ਹੈ। ਸਾਰੇ ਸਨਿਮਰ ਉਹਦੇ ਅੱਗੇ ਬੇਨਤੀ ਕਰਿਆ ਕਰੀਏ। ਤੇ ਮਹਾਰਾਜ ਕਹਿੰਦੇ ਇੱਕ ਗੱਲ ਦਾ ਧਿਆਨ ਰੱਖਿਓ, ਜਦੋਂ ਨਿਜ ਬਲ ਛੱਡ ਕੇ ਆਤਮ ਸਮਰਪਣ ਕਰ ਦੇਈਦਾ ਨਾ,
ਜਦੋਂ ਐਨ ਘੁਟਨਿਆਂ ਤੇ ਡਿੱਗ ਪਈਦਾ ਗੁਰੂ ਨਾਨਕ ਦੇ ਅੱਗੇ, ਪੂਰਨ ਹੋਏ ਹਮਾਰੀ ਆਸਾ। ਤੇ ਤੁਹਾਡੀ ਆਸਾ ਸਦਾ ਹੀ ਪੂਰੀ ਹੋਵੇਗੀ, ਸਦਾ ਹੀ ਸੁਣਦਾ ਉਹ, ਸਦਾ ਹੀ ਸ਼ਰਨ ਆਇਆ ਤੇ ਕਿਰਪਾ ਕਰਦਾ ਹੈ। ਦੂਸਰਾ ਭਾਵ ਸਮਝਿਓ, ਪੂਰਨ ਹੋਏ ਹਮਾਰੀ ਆਸਾ, ਇੱਕ ਆਸ ਹੈ ਸਾਡੀ। ਤੇ ਜੇ ਕੋਈ ਪੁੱਛੇ ਕਿਹੜੀ ਹੈ ਜਿਹੜੀ ਪੂਰੀ ਹੋਣੀ ਚਾਹੀਦੀ ਹੈ, ਬੜਾ ਤਰਲੋ ਮੱਛੀ ਹੁੰਨਾ ਹੈ, ਕਿਹੜੀ ਆਸ ਹੈ? ਕਹਿੰਦੇ ਤੋਰ ਭਜਨ ਕੀ ਰਹਿ ਪਿਆਸਾ। ਇੱਕੋ ਹੀ ਆਸ ਹੈ, ਸਦਾ ਸਵਾਸਾਂ ਨਾਲ ਤੇਰਾ ਭਜਨ ਕਰਦੇ ਰਹੀਏ। ਇਹ ਜੀਵਨ ਹੀ ਇਸ ਕੰਮ ਲਈ ਮਿਲਿਆ, ਸਦਾ ਤੇਰੀ ਬੰਦਗੀ ਕਰਦੇ ਰਹੀਏ, ਸਦਾ ਤੇਰੇ ਨਾਮ ਵਿੱਚ ਜੁੜੇ ਰਹੀਏ। ਸਾਡੀ ਇਹ ਆਸ ਹੈ। ਕਹਿੰਦੇ ਰੋਜ਼ ਬੇਨਤੀ ਚੌਪਈ ਕਰਨ ਸਮੇਂ ਇਹ ਤਰਲਾ ਲਿਆ ਕਰੋ, ਹੇ ਪ੍ਰਮਾਤਮਾ ਵਿਕਾਰਾਂ ਤੋਂ ਰੱਖ, ਪ੍ਰਤੱਖ ਦੁਸ਼ਮਣਾਂ ਤੋਂ ਰੱਖ, ਤੇ ਇੱਕ ਦਾਤ ਦਈ, ਤਰਲਾ ਲੈ ਤੇਰੇ ਅੱਗੇ, ਤੇਰੇ ਦਰ ਤੇ, ਵੀ ਸਦਾ ਤੇਰੇ ਭਜਨ ਵਿੱਚ ਜੁੜੇ ਰਹੀਏ। ਨਿਤਨੇਮ ਵਿੱਚ ਇਕਾਗਰਤਾ ਬਖਸ਼ ਦੇ, ਮਨ ਨਹੀਂ ਲੱਗਦਾ ਮਨ ਲਾ ਦੇ, ਚੌਂਕੜਾ ਨਹੀਂ ਵੱਜਦਾ, ਕਿਰਪਾ ਕਰ ਤੇਰੇ ਨਾਮ ਦੀ ਬਰਕਤ ਵਿੱਚ ਚੌਂਕੜਾ ਲੱਗ ਜਾਵੇ, ਤੇਰੇ ਨਾਲ ਮੋਹ ਪੈ ਜਾਵੇ। ਬੇਨਤੀ ਕਰਿਆ ਕਰੀਏ। ਇੱਥੇ ਹੀ ਵਿਚਾਰ ਨੂੰ ਵਿਸ਼ਰਾਮ ਦਈਏ। ਗੁਰੂ ਸਾਹਿਬ ਦੀ ਬਾਣੀ ਅਗੰਮ ਬੋਧ ਹੈ, ਤਰੁੱਟੀਆਂ ਗਲਤੀਆਂ ਰਹਿ ਜਾਂਦੀਆਂ ਨੇ। ਗੁਰੂ ਹਰਿਕ੍ਰਿਸ਼ਨ ਜੀ ਸੰਗਤਾਂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।